हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। मातो हम ऐसे तू ऐसा, हम पापी तुम पाप खंडन। नीको ठाकुर दिशा, सतनाम वाहिगुरु साहिब जीओ। वारा भाई गुरदास जी दियां, वार 12वीं पौड़ी चौथी। हाँ तिस कोल कुमाया, गुरमत हृदय गरीबी आवै। हाँ तिस कोल कुमाया, पर नारी दे नेड़ न जावै। हाँ तिस कोल कुमाया, पर दरबे नू हाथ न लावै। हाँ तिस कोल कुमाया, पर निंदा सुन आप हटावै। हाँ तिस कोल कुमाया, सतगुर दा उपदेश कमावै। हाँ तिस कोल कुमाया, थोड़ा सवै थोड़ा ही खावै। गुरमुख सोई सहज समावै। गुरमुख सोई सहज समावै। जुगो जुग अटल, चवर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪਾਵਨ ਪਵਿੱਤਰ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 12ਵੀਂ ਵਾਰ ਦੀ ਚੌਥੀ ਪੌੜੀ ਦੇ ਪਾਠ ਨੂੰ ਸ਼ਰਵਣ ਕੀਤਾ ਹੈ। ਆਓ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਇਸ ਪੌੜੀ ਦੇ ਅੰਦਰ ਸਿੱਖ ਤੋਂ ਕੁਰਬਾਨ ਜਾਣ ਦੀਆਂ ਗੱਲਾਂ ਕਰਦੇ ਨੇ ਕਿ ਜਿਹੜਾ ਸਿੱਖ ਨਿਮਰਤਾ ਵਰਗਾ ਗੁਣ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਮੈਂ ਉਹ ਤੋਂ ਸਦਕੇ ਜਾਂਦਾ ਵਾਂ। ਜਿਹੜਾ ਪਰਾਈ ਇਸਤਰੀ ਦੇ ਨੇੜੇ ਮੈਲੀ ਭਾਵਨਾ ਲੈ ਕੇ ਨਹੀਂ ਜਾਂਦਾ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਇਹ ਅਵਸਥਾ ਦਾ ਧਾਰਨੀ ਹੈ, ਉਸ ਤੋਂ ਸਦਕੇ ਜਾਂਦਾ ਵਾਂ ਮੈਂ। ਫਿਰ ਜਿਹੜਾ ਸਿੱਖ ਪਰਾਏ ਧਨ ਨੂੰ ਹੱਥ ਨਹੀਂ ਲਾਉਂਦਾ, ਆਪਣੀ ਕਿਰਤ ਕਮਾਈ
ਦੇ ਵਿੱਚੋਂ ਜੋ ਕੁਝ ਪ੍ਰਾਪਤ ਹੁੰਦਾ ਹੈ ਉਸੇ ਨਾਲ ਗੁਜ਼ਰਾਨ ਕਰਦਾ ਹੈ, ਮੈਂ ਉਸ ਤੋਂ ਸਦਕੇ ਜਾਨਾ ਵਾਂ। ਫਿਰ ਮੈਂ ਉਸ ਸਿੱਖ ਤੋਂ ਕੁਰਬਾਨ ਜਾਨਾ ਵਾਂ ਜਿਹੜਾ ਪਰਾਈ ਨਿੰਦਿਆ ਨਹੀਂ ਸੁਣਦਾ। ਮੈਂ ਉਸ ਸਿੱਖ ਤੋਂ ਸਦਕੇ ਜਾਨਾ ਵਾਂ ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾ ਲੈਂਦਾ ਹੈ। ਆਪਾਂ ਇੱਕ ਇੱਕ ਪੰਕਤੀ ਦੀ ਵਿਚਾਰ ਪਿਛਲੇਰੇ ਦੀਵਾਨਾਂ ਦੇ ਵਿੱਚ ਕਰ ਚੁੱਕੇ ਹਾਂ। ਇੱਥੋਂ ਤੱਕ ਆਪਾਂ ਵਿਚਾਰ ਕੀਤੀ ਸੀ ਵੀ ਹੋਂ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਹੁਣ ਅਗਲੀ ਪੰਕਤੀ ਜਿਸ ਦੀ ਅੱਜ ਆਪਾਂ ਵਿਚਾਰ ਕਰਨੀ ਹੈ ਉਹ ਇਹ ਹੈ ਕਿ ਹੋਂ ਤਿਸ ਘੋਲ ਘੁਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੇ। ਵੀ ਮੈਂ ਉਸ ਗੁਰਸਿੱਖ ਤੋਂ ਸਦਕੇ ਜਾਨਾ ਵਾਂ ਜੋ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਉਂਦਾ ਹੈ, ਜਿਹੜਾ ਭਾਣੇ ਦੇ ਵਿੱਚ ਗੁਰੂ ਜੀ ਦੇ ਰਹਿੰਦਾ ਹੈ। ਮੈਂ ਉਸ ਤੋਂ ਕੁਰਬਾਨ ਜਾਨਾ ਵਾਂ, ਸਦਕੇ ਜਾਨਾ ਵਾਂ। ਗੁਰਮੁਖੋ, ਦੁਨੀਆ ਦੇ ਵਿੱਚ ਹੋਰ ਸਭ ਕਮਾਈਆਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਸਤਿਗੁਰੂ ਜੀ ਦਾ ਉਪਦੇਸ਼ ਕਮਾਉਣਾ ਬਹੁਤ ਔਖੀ ਖੇਡ ਹੈ, ਔਖੀ ਗੱਲ ਹੈ। ਸਤਿਗੁਰੂ ਜੀ ਦਾ ਉਪਦੇਸ਼ ਕਮਾਉਣਾ ਕਿਉਂ ਔਖੀ ਗੱਲ ਹੈ? ਕਿਉਂਕਿ ਇੱਥੇ ਆਪਣੀ ਮੱਤ ਦਾ ਤਿਆਗ ਕਰਕੇ ਗੁਰੂ ਜੀ ਦੀ ਮੱਤ ਨੂੰ ਸਾਹਮਣੇ ਰੱਖ ਕਰਕੇ, ਸਵੀਕਾਰ ਕਰਕੇ ਉਸ ਉੱਤੇ ਤੁਰਨਾ ਪੈਂਦਾ ਹੈ। ਤੇ ਆਪਣੀ ਮੱਤ ਦਾ ਤਿਆਗ ਕਰਨਾ ਤੇ ਗੁਰੂ ਜੀ ਦੀ ਮੱਤ ਤੇ ਭਰੋਸਾ ਰੱਖ ਕੇ, ਸਵੀਕਾਰ ਕਰਕੇ ਤੁਰਨਾ ਸਾਡੇ ਵਾਸਤੇ ਬੜਾ ਕਠਿਨ ਜਿਹਾ ਹੈ। ਬੜਾ ਪਿਆਰਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ। ਗੁਰੂ ਜੀ ਕਹਿੰਦੇ ਹੈ, ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਵੀ ਹੇ ਹਰੀ ਦੇ ਜਨ, ਇਸ ਮਾਰਗ ਤੇ ਤੁਰਨ ਵਾਲੇ ਜੀਵ ਆਪਣੇ ਮਨ ਦੀ ਮਤ ਜਿਹੜੀ ਹੈ ਉਹ ਤਿਆਗ ਦੇ। ਜੇ ਇਸ ਮਾਰਗ ਤੇ ਤੂੰ ਕਾਮਯਾਬ ਹੋਣਾ ਹੈ ਜਾਂ ਗੁਰਸਿੱਖੀ ਦੇ ਵਿੱਚ ਤੂੰ ਕਾਮਯਾਬ ਹੋਣਾ ਹੈ, ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣਾ ਹੈ, ਤੈਨੂੰ ਆਪਣੇ ਮਨ ਦੀ ਮਤ ਤਿਆਗਣੀ ਪਵੇਗੀ। ਪਰ ਇਹੀ ਗੱਲ ਤੇ ਬੜੀ ਔਖੀ ਹੈ। ਮਨ ਕੀ ਮਤ ਤਿਆਗੀਏ ਸੁਣੀਏ ਉਪਦੇਸ਼। ਆਪਣੇ ਮਨ ਦੀ ਮਤ ਦਾ ਤਿਆਗ ਕਰਕੇ ਗੁਰੂ ਦਾ ਉਪਦੇਸ਼ ਸੁਣਨਾ, ਉਹਦੇ ਉੱਤੇ ਭਰੋਸਾ ਰੱਖ ਕੇ ਤੁਰਨਾ ਬੜੀ ਔਖੀ ਗੱਲ ਹੈ। ਕਿਉਂ ਔਖੀ ਗੱਲ ਹੈ ਜੀ? ਵੇਖੋ, ਸਾਡਾ ਸੁਭਾਅ ਹੈ ਵੀ ਜਿਹੜਾ ਬੰਦਾ ਸਾਡੇ ਜੀਵਨ ਦੇ ਵਿੱਚ, ਦੁੱਖਾਂ ਦੇ ਵਿੱਚ, ਮੁਸੀਬਤਾਂ ਦੇ ਵਿੱਚ ਸਾਡੇ ਨਾਲ ਹੋਵੇ, ਸਾਡਾ ਸਾਥ ਦੇਵੇ, ਸਾਡੇ ਰੋਂਦਿਆਂ ਹੋਇਆਂ ਦੇ ਹੰਝੂ ਪੂੰਝੇ, ਸਾਡੇ ਗਮਾਂ ਦੇ ਵਿੱਚ ਸ਼ਾਮਲ ਹੋ ਕੇ ਸਾਨੂੰ ਹੌਸਲਾ ਦੇ ਕਰਕੇ ਸਾਨੂੰ ਉਸ ਗਮ ਦੇ ਵਿੱਚੋਂ ਕੱਢਣ ਦਾ ਯਤਨ ਕਰੇ, ਉਸ ਨੂੰ ਅਸੀਂ ਆਪਣਾ ਮਿੱਤਰ ਸਮਝਦੇ ਹਾਂ, ਸੰਬੰਧੀ ਸਮਝਦੇ ਹਾਂ, ਹਰਮਨ ਪਿਆਰਾ ਸਮਝਦੇ ਹਾਂ। ਇਹ ਸਾਡੀ ਆਪਣੀ ਮੱਤ ਹੈ। ਸਮਝਣਾ ਵੀ ਚਾਹੀਦਾ ਹੈ। ਮੁਸੀਬਤ ਵੇਲੇ ਸਾਥ ਦੇਣ ਵਾਲਾ, ਗਮਾਂ ਦੇ ਵਿੱਚੋਂ ਸਾਨੂੰ ਕੱਢ ਕੇ ਹੌਸਲਾ ਦੇਣ ਵਾਲਾ, ਦੁੱਖਾਂ ਵਿੱਚ ਸਾਡੇ ਨਾਲ ਖੜਨ ਵਾਲਾ, ਉਹਨੂੰ ਮਿੱਤਰ ਸਮਝਣਾ ਚਾਹੀਦਾ ਹੈ। ਦੂਜੇ ਪਾਸੇ ਜਿਸ ਬੰਦੇ ਦੇ ਕਾਰਨ ਮੇਰੀ ਝੋਲੀ ਵਿੱਚ ਦੁੱਖ ਪਏ ਨੇ, ਜਿਹੜਾ ਮੇਰਾ ਬੁਰਾ ਸੋਚਦਾ ਵਾ, ਜਿਹੜਾ ਚਾਹੁੰਦਾ ਵਾ ਕਿ ਮੈਂ ਇਹਦੀ ਝੋਲੀ ਦੇ ਵਿੱਚ ਦੁੱਖ ਭਰ ਦਿਆਂ, ਇਹਨੂੰ ਗਮਾਂ ਦੇ ਅਥਰੂ ਇਹਦੀਆਂ ਅੱਖਾਂ ਦੇ ਵਿੱਚ ਲਿਆ ਦਿਆਂ, ਐਸਾ ਬੰਦਾ, ਉਹਨੂੰ ਗੁਰੂ ਕਵੇ ਵੀ ਤੂੰ ਆਪਣਾ ਬੁਰਾ ਕਰਨ ਵਾਲੇ, ਜਿਹੜਾ ਤੈਨੂੰ ਦੁੱਖ ਦੇ ਰਿਹਾ ਹੈ, ਤੂੰ ਉਹਦਾ ਵੀ ਭਲਾ ਸੋਚਣਾ ਵਾ, ਤੂੰ ਉਹਦੇ ਪ੍ਰਤੀ ਵੀ ਸੁੱਖ ਪਹੁੰਚਾਉਣ ਦੀ ਭਾਵਨਾ ਆਪਣੇ ਮਨ ਵਿੱਚ ਰੱਖਣੀ ਆ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦੂਰ, ਪਰਾਇਓ ਮਨ ਕਾ ਲੋਇਨਾ।
ਤਾਂ ਮੇਰ ਲਿਓ ਮੇਰੇ ਰਾਜਨ। ਹੁਣ ਗੁਰੂ ਕਹਿੰਦਾ ਹੈ ਕਿ ਠੀਕ ਹੈ, ਤੂੰ ਜਿਹੜਾ ਤੇਰੇ ਸੁੱਖਾਂ ਵਿੱਚ ਤੇਰੇ ਦੁੱਖਾਂ ਵਿੱਚ ਤੇਰਾ ਸਾਥ ਦੇ ਰਿਹਾ ਵਾ, ਮੁਸੀਬਤਾਂ ਵਿੱਚ ਤੇਰੇ ਨਾਲ ਖੜਾ ਹੈ, ਤੈਨੂੰ ਸੁਖੀ ਵੇਖਣਾ ਚਾਹੁੰਦਾ, ਤੂੰ ਉਹਨੂੰ ਆਪਣਾ ਮਿੱਤਰ ਸਮਝਦਾ ਵਾ। ਪਰ ਦੂਜੇ ਪਾਸੇ ਜਿਹੜਾ ਬੰਦਾ ਤੇਰਾ ਬੁਰਾ ਸੋਚਦਾ ਵਾ, ਤੇਰੀ ਝੋਲੀ ਵਿੱਚ ਦੁੱਖ ਲਿਆ ਦੇਣੇ ਚਾਹੁੰਦਾ ਵਾ, ਤੇਰਾ ਨੁਕਸਾਨ ਕਰਨ ਦੀ ਭਾਵਨਾ ਉਹਦੇ ਅੰਦਰ ਹੈ, ਤੂੰ ਉਹਨੂੰ ਵੀ ਆਪਣਾ ਸੱਜਣ ਸਮਝ, ਉਹਨੂੰ ਵੀ ਆਪਣਾ ਮਿੱਤਰ ਸਮਝ। ਪਰ ਸਾਡੀ ਮੱਤ ਕਹਿੰਦੀ ਮੈਂ ਉਹਨੂੰ ਕਿਵੇਂ ਆਪਣਾ ਮਿੱਤਰ ਸਮਝਾਂ? ਉਹ ਤੇ ਮੇਰਾ ਮਾੜਾ ਸੋਚਦਾ ਹੈ, ਉਹ ਤੇ ਮੇਰਾ ਬੁਰਾ ਸੋਚਦਾ ਹੈ, ਉਹ ਤੇ ਮੇਰੀ ਝੋਲੀ ਵਿੱਚ ਦੁੱਖ ਲਿਆ ਦੇਣੇ ਚਾਹੁੰਦਾ ਵਾ। ਮੈਂ ਤੇ ਉਹਨੂੰ ਮਿੱਤਰ ਸਮਝਾਂਗਾ ਜਿਹੜਾ ਮੇਰੇ ਸੁੱਖਾਂ ਦੇ ਨਾਲ ਜੋੜਨ ਦਾ ਯਤਨ ਕਰੇ, ਮੇਰੇ ਹੰਝੂ ਪੂੰਝਣ ਦਾ ਯਤਨ ਕਰੇ, ਮੁਸੀਬਤਾਂ ਤੇ ਗਮਾਂ ਦੇ ਵਿੱਚ ਮੇਰੇ ਨਾਲ ਖੜਾ ਹੋਣ ਦਾ ਯਤਨ ਕਰੇ, ਮੁਸੀਬਤ ਵਿੱਚ ਮੇਰਾ ਸਾਥੀ ਬਣ ਕੇ ਵਿਚਰੇ। ਮਿੱਤਰ ਮੇਰਾ ਤੇ ਉਹ ਸਾਥੀ ਹੈ, ਮੇਰਾ ਤੇ ਉਹ ਸੱਜਣ ਮਿੱਤਰ ਹੈ, ਮੇਰਾ ਤੇ ਉਹ ਆਪਣਾ ਹੈ। ਉਹਨੂੰ ਮੈਂ ਕਦੀ ਸਵੀਕਾਰ ਨਹੀਂ ਕਰਾਂਗਾ ਜਿਹੜਾ ਮੇਰੀ ਝੋਲੀ ਵਿੱਚ ਦੁੱਖ ਲਿਆਉਣਾ ਚਾਹੁੰਦਾ, ਮੇਰਾ ਬੁਰਾ ਸੋਚਦਾ, ਉਹ ਤੇ ਮੇਰਾ ਦੁਸ਼ਮਣ ਹੈ। ਗੁਰੂ ਦੀ ਮੱਤ ਤੇ ਸੱਜਣ ਮਿੱਤਰ ਬਣਾ ਦੇਣਾ ਚਾਹੁੰਦੀ ਹੈ, ਪਰ ਸਾਡੀ ਮੱਤ ਜਿਹੜੀ ਹੈ ਉਹ ਕੁਝ ਵੱਖਰਾ ਸੋਚਦੀ ਹੈ। ਇਸੇ ਕਰਕੇ ਆਪਣੀ ਮੱਤ ਦਾ ਤਿਆਗ ਕਰਨਾ ਤੇ ਗੁਰੂ ਦੀ ਮੱਤ ਨੂੰ ਸਵੀਕਾਰ ਕਰਕੇ ਉਸ ਉੱਤੇ ਤੁਰਨਾ ਬੜਾ ਔਖਾ ਹੈ। ਚੱਲੇ ਨੇ ਗੁਰਸਿੱਖ, ਐਸਾ ਨਹੀਂ ਕਿ ਆਪਣੀ ਮੱਤ ਦਾ ਤਿਆਗ ਕਰਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਨਹੀਂ ਤੁਰੇ ਸਿੱਖ, ਤੁਰੇ ਨੇ ਸਿੱਖ। ਤੇ ਗੁਰੂ ਦੇ ਨਾਲ ਉਸੇ ਸਿੱਖ ਦਾ ਰਿਸ਼ਤਾ ਕਾਇਮ ਹੋ ਸਕਦਾ ਹੈ, ਜਾਂ ਉਹੀ ਗੁਰੂ ਦਾ ਹਰ ਮਨ ਪਿਆਰਾ ਸਿੱਖ ਬਣ ਸਕਦਾ ਹੈ ਜਿਹੜਾ ਗੁਰੂ ਦੀ ਮੱਤ, ਗੁਰੂ ਦੇ ਹੁਕਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਕੇ ਗੁਰੂ ਦੇ ਹੁਕਮ ਨੂੰ ਹੀ ਸਭ ਕੁਝ ਸਮਝ ਕੇ ਤੁਰੇ। ਭਾਵੇਂ ਗੁਰੂ ਘਰ ਦੇ ਵਿੱਚ ਗੁਰੂ ਦੇ ਪੁੱਤਰ ਸਨ, ਗੁਰੂ ਦੀਆਂ ਸੰਤਾਨਾਂ ਸਨ, ਜੇ ਗੁਰੂ ਦਾ ਹੁਕਮ ਉਹਨਾਂ ਨੇ ਨਹੀਂ ਨਾ ਮੰਨਿਆ, ਗੁਰੂ ਦੇ ਉਪਦੇਸ਼ ਨੂੰ ਉਹਨਾਂ ਨੇ ਜ਼ਿੰਦਗੀ ਵਿੱਚ ਨਹੀਂ ਕਮਾਇਆ, ਤੇ ਉਹ ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੋ ਸਕੇ, ਉਹ ਕੁਝ ਹਾਸਲ ਨਹੀਂ ਕਰ ਸਕੇ ਜੋ ਬਾਹਰੋਂ ਆ ਕੇ ਭਾਈ ਲਹਿਣਾ ਜੀ ਵਰਗੇ ਹਾਸਲ ਕਰ ਗਏ। ਬੜਾ ਪਿਆਰਾ ਬਚਨ ਹੈ ਰਾਮਕਲੀ ਕੀ ਵਾਰ ਦੇ ਵਿੱਚੋਂ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਪਾਵਨ ਬੋਲ। ਉਹ ਕਹਿੰਦੇ ਨੇ, ਕਰੇ ਜੇ ਗੁਰ ਫਰਮਾਇਆ ਕਿਉਂ ਇਹਨੂੰ ਬੋਲੋ ਹਟੀ ਹੈ, ਕਿ ਜੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਨੂੰ ਹੁਕਮ ਦਿੰਦੇ ਸਨ, ਪਿੱਛੇ ਨਹੀਂ ਸੀ ਹਟਦੇ। 7 ਸਾਲ ਗੁਰੂ ਦੇ ਦਰ ਤੇ ਰਹੇ ਨੇ ਭਾਈ ਲਹਿਣਾ ਜੀ। 7 ਸਾਲਾਂ ਦੇ ਵਿੱਚ ਕਿੰਨੇ ਹੁਕਮ ਕੀਤੇ ਹੋਣਗੇ ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਆਉਂਦੇ ਹਾਂ, ਇੱਕ ਇੱਕ ਪੰਕਤੀ, ਇੱਕ ਇੱਕ ਸ਼ਬਦ ਹੁਕਮ ਹੈ ਜੋ ਸਾਨੂੰ ਕੰਨਾਂ ਰਾਹੀਂ ਅਸੀਂ ਸੁਣਦੇ ਹਾਂ, ਜਾਂ ਆਪਣੀ ਜ਼ੁਬਾਨ ਰਾਹੀਂ ਕਈ ਵਾਰੀ ਨਾਲ ਨਾਲ ਬਾਣੀ ਪੜ੍ਹਦੇ ਬੋਲਦੇ ਹਾਂ। ਇੱਕ ਇੱਕ ਬਚਨ ਹੁਕਮ ਹੈ, ਕਿਉਂਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ, ਹੁਕਮ ਆਓ ਜੀ ਉਹੀ ਮੇਰੇ ਬੋਲ ਨਹੀਂ ਨੇ। ਇਹ ਤੇ ਰੱਬ ਜੀ ਦਾ ਹੁਕਮ ਹੈ। ਇਹ ਹੁਕਮ ਮੇਰੇ ਰਸਨਾ ਦੇ ਰਾਹੀਂ ਤੁਹਾਡੇ ਤੱਕ ਪਹੁੰਚਿਆ ਹੈ। ਹੁਣ ਅਸੀਂ ਸਾਰੀਆਂ ਪੰਕਤੀਆਂ ਨੂੰ ਪੜ੍ਹ ਕੇ, ਭਾਵ ਸਾਰੇ ਸ਼ਬਦਾਂ ਨੂੰ ਜੋ ਹੁਕਮ ਹੈ ਅਸੀਂ ਸੁਣ ਕੇ ਮੰਨਣ ਵਿੱਚ ਲਿਆ ਰਹੇ ਹਾਂ? ਨਹੀਂ ਲਿਆਉਂਦੇ ਜੀ। ਅਸੀਂ ਪਰਾਇਆ ਹੱਕ ਮਾਰਨਾ ਇਹ ਸ਼ਬਦ ਸੁਣ ਕੇ ਛੱਡ ਦਿੱਤਾ ਵਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਅਸੀਂ ਪਰਾਈ ਨਿੰਦਿਆ ਕਰਨੀ ਤੇ ਸੁਣਨੀ ਛੱਡ ਦਿੱਤੀ ਹੈ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਨਿੰਦਾ ਭਲੀ ਕਿਸੇ ਦੀ ਨਾਹੀ ਮਨ ਮੁਖ ਮੁਗਧ ਕਰਨ। ਵੀ ਉਹ ਤੇ ਮੂਰਖ ਹੈ, ਉਹ ਤੇ ਸਾਕਤ ਹੈ, ਉਹ ਤੇ ਅਣਜਾਣ ਪ੍ਰਾਣੀ ਹੈ, ਟੁੱਟਿਆ ਹੋਇਆ ਬੰਦਾ ਹੈ ਮੇਰੇ ਨਾਲੋਂ, ਜਿਹੜਾ ਨਿੰਦਿਆ ਕਰਦਾ ਤੇ ਨਿੰਦਿਆ ਸੁਣਦਾ। ਕਈ ਵਾਰੀ ਇਹ ਵਚਨ ਪੜ੍ਹੇ ਹੋਣਗੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਕਈ ਵਾਰੀ ਬੜੇ ਸਹਿਜ ਪਾਠ ਅਸੀਂ ਆਪਣੀ ਜ਼ਿੰਦਗੀ ਵਿੱਚ ਕਰ ਲੈ। ਮਾਫ ਕਰਨਾ ਮੈਨੂੰ, ਆਪਾਂ ਤੇ ਮੂਲ ਮੰਤਰ ਵੀ ਹੁਣ ਗਿਣਤੀਆਂ ਨਾਲ ਕਰੀ ਤੁਰੇ ਜਾ ਰਹੇ ਹਾਂ,
ਅੱਜ ਤੱਕ ਇਹ ਦੋ ਸ਼ਬਦ ਮੂਲ ਮੰਤਰ ਦੇ ਵਿੱਚੋਂ ਇਹ ਆਪਾਂ ਨਹੀਂ ਕਮਾ ਸਕੇ, ਨਿਰਭਉ ਤੇ ਨਿਰਵੈਰ। ਨਿਰਵੈਰ ਬਣ ਸਕੇ ਆਪਾਂ, ਨਿਰਭਉ ਬਣ ਸਕੇ ਆਪਾਂ? ਬਿਲਕੁਲ ਨਹੀਂ। ਅਸੀਂ ਬਾਣੀ ਨੂੰ ਸੁਣੀ ਜਾ ਰਹੇ ਹਾਂ, ਪੜ੍ਹੀ ਜਾ ਰਹੇ ਹਾਂ, ਗਾਈ ਜਾ ਰਹੇ ਹਾਂ, ਪਰ ਉਹਨੂੰ ਅਮਲ ਵਿੱਚ ਨਹੀਂ ਲਿਆਉਂਦੇ, ਕਿਉਂਕਿ ਸਾਡੀ ਮੱਤ ਜਿਹੜੀ ਹੈ ਉਹਦਾ ਤਿਆਗ ਨਹੀਂ ਹੁੰਦਾ ਤੇ ਗੁਰੂ ਦੀ ਮੱਤ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀ। ਗੱਲ ਇਹ ਹੈ, ਇਹੀ ਤੇ ਔਖੀ ਖੇਡ ਹੈ ਕਿ ਜਦੋਂ ਆਪਣੀ ਮੱਤ ਆਪਾਂ ਤਿਆਗਾਂਗੇ ਨਾ, ਤਾਂ ਹੀ ਗੁਰੂ ਦੀ ਮੱਤ ਤੇ ਭਰੋਸਾ ਰੱਖ ਕੇ ਤੁਰਾਂਗੇ। ਹੁਣ 7 ਸਾਲ ਕਿਤਨੇ ਹੁਕਮ ਦਿੱਤੇ ਹੋਣਗੇ ਸਾਨੂੰ, ਤੇ ਕੁਝ ਸਾਖੀਆਂ ਯਾਦ ਨੇ ਬਸ, ਕਿ ਗੰਦੇ ਨਾਲੇ ਦੇ ਵਿੱਚ ਕਟੋਰਾ ਡਿੱਗਿਆ ਸੀ। ਪਹਿਲਾਂ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਆਖਿਆ, ਜਵਾਬ ਦੇ ਦਿੱਤਾ। ਹੁਣ ਪੁੱਤਰਾਂ ਦੀ ਮੱਤ ਕੀ ਆਂਦੀ ਆ? ਪੁੱਤਰਾਂ ਦੀ ਮੱਤ ਕਹਿੰਦੀ ਆ ਵੀ ਪਿਤਾ ਜੀ ਹੱਦ ਕਰਦੇ ਹੋ, ਘਰ ਵਿੱਚ ਇੰਨੇ ਭਾਂਡੇ ਨੇ, ਭਾਂਡਿਆਂ ਦੀ ਕੋਈ ਕਮੀ ਹੈ? ਇਹ ਗੰਦੇ ਜੇ ਨਾਲੇ ਦੇ ਵਿੱਚ ਵੜ ਕੇ, ਡਿੱਗ ਕੇ, ਆਪਣੇ ਕੱਪੜੇ ਲਬੇੜ ਕੇ, ਆਪਣੇ ਤਨ ਨੂੰ ਲਬੇੜ ਕੇ, ਇਹ ਕਟੋਰਾ ਕਿੰਨੀ ਕੁ ਕੀਮਤ ਹੋਏਗੀ ਇਹਦੀ? ਇਹ ਕਟੋਰਾ ਕੱਢਣਾ ਹੈ। ਇਹ ਉਹਨਾਂ ਦੀ ਮੱਤ ਕਹਿ ਰਹੀ ਹੈ ਵੀ ਘਰ ਬੜੇ ਭਾਂਡੇ ਨੇ। ਪਰ ਭਾਈ ਲਹਿਣਾ ਜੀ ਨੂੰ ਜਦੋਂ ਆਖਿਆ, ਕਰੇ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟੀਐ, ਭਾਈ ਲਹਿਣਾ ਜੀ ਛਾਲ ਮਾਰ ਦਿੰਦੇ ਨੇ, ਕੱਪੜਿਆਂ ਦੀ ਪਰਵਾਹ ਨਹੀਂ ਕਰਦੇ, ਕੋਈ ਸਵਾਲ ਜਵਾਬ ਨਹੀਂ ਕਰਦੇ। ਉਹਨਾਂ ਨੂੰ ਕਟੋਰੇ ਨਾਲ ਮਤਲਬ ਨਹੀਂ ਹੈ ਵੀ ਘਰ ਕਿੰਨੇ ਕਟੋਰੇ ਨੇ ਗੁਰੂ ਪਾਤਸ਼ਾਹ ਜੀ ਦੇ। ਉਹਨਾਂ ਨੂੰ ਗੁਰੂ ਦਾ ਹੁਕਮ ਹੋਇਆ ਤੇ ਹੁਕਮ ਨੂੰ ਮੰਨਣ ਦਾ ਉਹਨਾਂ ਦੇ ਅੰਦਰ ਚਾਅ ਹੈ ਬਸ। ਤੇ ਕਰੇ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟੀਐ, ਕਹਿੰਦੇ ਨੇ ਪੁੱਤਰੀ ਕੌੜ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ। ਪੁੱਤਰਾਂ ਨੂੰ ਵੀ ਹੁਕਮ ਹੋਇਆ, ਪਰ ਪੁੱਤਰਾਂ ਨੇ ਉਸ ਬਚਨ ਨੂੰ, ਕੌੜ ਨੂੰ, ਹੁਕਮ ਨੂੰ ਨਹੀਂ ਪਾਲਣ ਵਿੱਚ ਲਿਆਂਦਾ, ਮੰਨਿਆ ਹੀ ਨਹੀਂ। ਦਿਲ ਖੋਟੇ ਆਕੀ ਫਿਰਨ ਬੰਨ, ਭਾਰ ਉਚਾਇਨ ਛਟੀਏ। ਤੇ ਜਿਹੜੇ ਗੁਰੂ ਦਾ ਹੁਕਮ ਨਹੀਂ ਮੰਨਦੇ, ਉਹਨਾਂ ਦੇ ਦਿਲ ਖੋਟੇ ਰਹਿੰਦੇ ਨੇ, ਫਿਰ ਵਿਕਾਰਾਂ ਦਾ ਭਾਰ ਆਪਣੇ ਜੀਵਨ ਉੱਤੇ ਲੱਦ ਕੇ ਤੁਰੇ ਫਿਰਦੇ ਨੇ। ਸੋ ਗੁਰਮੁਖ ਗੁਰੂ ਦੇ ਨਾਲੋਂ ਭਾਈ ਲਹਿਣਾ ਜੀ ਕੀ ਲੈ ਗਿਆ? ਆਪ ਤੁਸੀਂ ਜਾਣਦੇ ਹੋ, ਗੁਰੂ ਦਾ ਰੂਪ ਹੋ ਗਿਆ, ਲੈਣੇ ਤੋਂ ਅੰਗਦ ਬਣ ਗਏ। इश्क की भट्टी में डाल कर जिस्म सोना कर दिया, लहने से अंगद बने, अंगद से खुदा कर दिया। हुण भाई लहणा जी ने हुक्म मन्निया ते गुरगद्दी दे वारस बन गए, गुरु का रूप हो गए। दूजे पासे पुत्र पुत्र ही बने रहे, वो किसी उच्चे मुकाम ते ना पहुंच सके। हुण गुरु अमरदास महाराज जी का ते फैसला है ना भी सो सिख सखा बंद पै भाई, जे गुर के भाणे विच आवे। भाणे तो भाव हुक्म भी वो मेरा सिख है, वो मेरा भरा है, वो मेरा मित्र है, वो मेरा सब कुछ है, मेरा प्यारा है। जिहड़ा गुरु के बचनों नूं मनदा है, उहदे भाणे विच तुरदा है। सो सिख सखा बंद पै भाई, जे गुर के भाणे विच आवे। अपने भाणे जो चले भाई, विछड़ चोटां खावे। जिहड़ा अपने मन पिछे तुर के, अपनी मत ते भरोसा रख के जीवन जिउंदा है, गुरु पातशाह जी कहंदे ने चोटां खांदा है, भटकणां दे विच पिया रहिंदा है। बड़ा प्यारा बचन है। गुरु जी कहंदे अपने जीवन विचों दुखां तो बचना वा, चोटां दी मार तो, भटकणां दी मार तो बचना वा। ये मेरे मना सतगुर जी दे भाणे विच तुर, मेरे मन सतगुर कै भाणे चल। निज कर वसै अमृत पीवे, तां सुख लहे महल। कहंदे ने निज घर दे विच टिक जाएगा, भाव तेरियां भटकणा खत्म हो जाणगियां। भटकणा भी दुखां दा कारण नहीं। ते कहंदे ने नाम अमृत पीवेगा, क्योंकि गुरु दा बचन जिहड़ा है अमृत नाल, रबी गुणां नाल भरपूर है। जदों मन दे विच गुरु दा शब्द टेकिया, मन फिर इहदे विचों नाम अमृत पी, भाव इहदे ਇਹ ਜਿਹੜੇ ਗੁਣ ਨੇ ਉਹਨਾਂ ਨੂੰ ਜੀਵੇਗਾ। ਜੀਵਨ ਦੇ ਵਿੱਚ ਉਹ ਗੁਣਾਂ ਨੂੰ ਵਰਤੋਂ ਵਿੱਚ ਲਿਆਉਣਾ, ਜੀਵਨ ਵਿੱਚ ਜਿਉਣਾ ਹੀ ਨਾਮ ਅੰਮ੍ਰਿਤ ਪੀਣਾ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੇ, ਤਾਂ ਸੁਖ ਲਹਿ ਮਹਲ। ਫਿਰ ਤੇਰੇ ਜੀਵਨ ਵਿੱਚ ਸੁੱਖ ਆ ਜਾਏਗਾ, ਗੁਰੂ ਪ੍ਰਭੂ ਦੇ ਚਰਨਾਂ ਵਿੱਚ ਟਿਕ ਜਾਏਗਾ, ਮਹਲ ਦੀ ਪ੍ਰਾਪਤੀ ਹੋ ਜਾਏਗੀ।
ਹੁਣ ਮੈਂ ਕਹਿ ਰਿਹਾ ਸੀ ਕਿ ਸਾਰੀ ਘਾਲਣਾ ਕਮਾਈ, ਹੋਰ ਸਭ ਕਮਾਈਆਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਗੁਰੂ ਦੇ ਬਚਨ ਨੂੰ, ਗੁਰੂ ਦੇ ਹੁਕਮ ਨੂੰ ਕਮਾਉਣਾ ਬੜਾ ਔਖਾ ਹੈ। ਗੁਰਦੁਆਰੇ ਆ ਜਾਣਾ ਸੌਖੀ ਗੱਲ ਹੈ, ਪਾਠ ਕਰ ਲੈਣਾ ਵੀ ਸੌਖੀ ਗੱਲ ਹੈ, ਦਾਨ ਪੁੰਨ ਕਰ ਲੈਣਾ ਵੀ ਸੌਖੀ ਗੱਲ ਹੈ, ਧਰਮ ਦੇ ਨਾਮ ਤੇ ਹੋਰ ਬਹੁਤ ਸਾਰੇ ਕਰਮ ਕਰ ਲੈਣੇ ਬੜੀ ਸੌਖੀ ਗੱਲ ਹੈ। ਤੀਰਥ ਯਾਤਰਾਵਾਂ ਸਰੀਰ ਨੂੰ, ਤਨ ਨੂੰ ਦੁੱਖ ਦੇ ਕੇ ਕਰ ਲੈਣੀਆਂ ਬੜੀ ਸੌਖੀ ਗੱਲ ਹੈ, ਪਰ ਗੁਰੂ ਦਾ ਹੁਕਮ ਮੰਨਣਾ ਬੜੀ ਔਖੀ ਗੱਲ ਹੈ। ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਨਾ ਮੰਨੇਗਾ ਗੱਲ ਨਹੀਂ ਬਣਨੀ। ਜਿੰਨਾ ਮਰਜ਼ੀ ਤੂੰ ਧਰਮ ਦੇ ਨਾਮ ਤੇ ਕਰਮ ਕਰੀ ਜਾ, ਸਾਰੀ ਉਮਰ ਗੁਰਦੁਆਰੇ ਆਈ ਜਾ, ਸਾਰੀ ਉਮਰ ਬਾਣੀ ਪੜ੍ਹੀ ਜਾ, ਲੜੀਆਂ ਪਾਠਾਂ ਦੀਆਂ ਚਲਾਈ ਜਾ, ਅੱਖਾਂ ਮੀਟ ਮੀਟ ਕੇ ਗਾ ਸੁਣ, ਪਰ ਗੱਲ ਗੁਰੂ ਦੇ ਉਪਦੇਸ਼ ਨੂੰ, ਹੁਕਮ ਨੂੰ ਮੰਨ ਕੇ ਬਣਦੀ ਹੈ ਜ਼ਿੰਦਗੀ ਦੇ ਵਿੱਚ। ਉਹਨਾਂ ਨੇ ਬਹੁਤ ਕਮਾਲ ਦੀਆਂ ਉਦਾਹਰਣਾਂ ਸਾਡੀ ਝੋਲੀ ਵਿੱਚ ਪਾਈਆਂ ਨੇ। ਭਾਈ ਸਾਹਿਬ ਜੀ ਪਹਿਲੀ ਉਦਾਹਰਣਾਂ ਦਿੰਦੇ ਨੇ, ਕਹਿੰਦੇ ਇੱਕ ਪਥਕ ਹੈ, ਯਾਤਰੀ ਹੈ, ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ। ਰੋਜ਼ਾਨਾ ਉਸ ਮੰਜ਼ਿਲ ਦਾ ਰਸਤਾ ਪੁੱਛਦਾ ਪਰ ਤੁਰਦਾ ਨਹੀਂ। ਪੁੱਛਤ ਪਥਕ ਤੈ ਮਾਰਗ ਨਾ ਤਰੈ ਭਾਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹਿ ਜਾਈਐ। ਵੀ ਉਹ ਰੋਜ਼ ਪੁੱਛਦਾ ਵਾ ਉਸ ਮੰਜ਼ਿਲ ਦੇ ਬਾਰੇ, ਉਹਦੇ ਕੋਲ ਪੁੱਛ, ਉਹਦੇ ਕੋਲ ਪੁੱਛ, ਪਰ ਉਹ ਕਦਮ ਨਹੀਂ ਆਪਣੇ ਉਹ ਉਸ ਮੰਜ਼ਿਲ ਤੇ, ਉਸ ਰਸਤੇ ਦੇ ਉੱਤੇ ਉਸ ਵੱਲ ਤੁਰਦਾ। ਉਸੇ ਦਾ ਉੱਥੇ ਹੀ ਖੜਿਆ ਵਾ, ਉਹਨੂੰ ਮੰਜ਼ਿਲ ਪੁੱਛ ਪਛਾ ਕੇ ਜਿੰਨਾ ਚਿਰ ਉਹ ਤੁਰੇਗਾ ਨਹੀਂ ਪ੍ਰਾਪਤ ਹੋ ਜਾਏਗੀ। ਤੁਸੀਂ ਆਪ ਸਿਆਣੇ। ਮੈਂ ਅੰਮ੍ਰਿਤਸਰ ਜਾਣਾ ਹੋਵੇ ਤੇ ਮੈਂ ਪੁੱਛਾਂ ਕਿਹੜੀ ਟ੍ਰੇਨ ਕਿਹੜੇ ਵਕਤ ਕਦੋਂ ਜਾਂਦੀ ਹੈ, ਰਸਤਾ ਕਿਹੜਾ ਕਿਹੜਾ ਰੂਟ ਹੈ, ਕਿਹੜਾ ਕਿਹੜਾ, ਮੈਨੂੰ ਦੱਸ ਦਿੱਤਾ ਅਗਲੇ ਨੇ। ਹੁਣ ਮੈਂ ਉਸ ਟ੍ਰੇਨ ਤੇ ਜਾ ਕੇ ਚੜ੍ਹਾ ਹੀ ਨਾ, ਸੀਟ ਤੇ ਬੈਠਾ ਹੀ ਨਾ, ਸਵਾਰੀ ਨਾ ਕਰਾਂ ਤੇ ਅੰਮ੍ਰਿਤਸਰ ਪਹੁੰਚ ਜਾਵਾਂ? ਬਿਲਕੁਲ ਨਹੀਂ ਪਹੁੰਚਾਂਗਾ ਜੀ। ਪੁੱਛਣ ਦੇ ਨਾਲ ਗੱਲ ਨਹੀਂ ਬਣਨੀ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਰੋਜ਼ਾਨਾ ਪੁੱਛ ਹੀ ਰਹੇ ਹਾਂ ਕਿ ਸੁੱਖ ਕਿਵੇਂ ਮਿਲੇਗਾ, ਸੁੱਖ ਕਿਵੇਂ ਮਿਲੇਗਾ, ਰੱਬ ਦੀ ਤੁਹਾਡੀ ਪ੍ਰਾਪਤੀ ਕਿਵੇਂ ਹੋਵੇਗੀ। ਗੁਰੂ ਨੇ ਸਾਰੇ ਰਸਤੇ ਦੱਸ ਦਿੱਤੇ ਨੇ। ਅਵਗੁਣਾਂ ਨੂੰ ਛੱਡ ਦੇ, ਗੁਣਾਂ ਨੂੰ ਧਾਰਨ ਕਰ ਲਾ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਦਰਾਲੀ। ਜੋ ਗੁਰੂ ਕਹੀ ਜਾਂਦਾ ਉਹ ਕਰੀ ਤੁਰਿਆ ਜਾ, ਉਹਦੇ ਉੱਤੇ ਤੁਰਦਾ ਜਾ, ਗੱਲ ਬਣ ਜਾਏਗੀ, ਮੰਜ਼ਿਲ ਤੇ ਪਹੁੰਚ ਜਾਏਗਾ। ਹੁਣ ਤੂੰ ਪੁੱਛੀ ਜਾਣਾ, ਪੁੱਛਤ ਪਥਕ ਤੈ ਮਾਰਗ ਨਾ ਤਰੈ ਭਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਫਿਰ ਅੱਗੇ ਫਿਰ ਉਦਾਹਰਣਾਂ ਦਿੰਦੇ ਨੇ, ਕਹਿੰਦੇ ਕੋਈ ਰੋਗੀ ਡਾਕਟਰ ਦੇ ਕੋਲ ਜਾਂਦਾ ਹੈ, ਦਵਾਈ ਵੀ ਲੈ ਲੈਂਦਾ ਹੈ, ਪਰ ਦਵਾਈ ਦਿੱਤੀ ਡਾਕਟਰ ਨੇ, ਨਾਲ ਆਖਿਆ ਵੀ ਪਰਹੇਜ਼ ਰੱਖਣਾ ਪੈਣਾ, ਤੈਨੂੰ ਸਮੇਂ ਸਿਰ ਦਵਾਈ ਖਾਣੀ ਪੈਣੀ ਹੈ। ਹੁਣ ਉਹ ਡਾਕਟਰ ਕੋਲ ਦਵਾਈ ਵੀ ਲੈ ਕੇ ਆ ਗਿਆ, ਆਪਣੇ ਵੱਲੋਂ ਬੜੇ ਮਹਿੰਗੇ ਤੇ ਬੜੇ ਉੱਚੇ ਡਾਕਟਰ ਕੋਲ ਗਿਆ, ਡਿਗਰੀਆਂ ਵਾਲੇ ਕੋਲ ਗਿਆ, ਵੀ ਆਸ ਸੀ ਕਿ ਇਹ ਡਾਕਟਰ ਮੇਰਾ ਰੋਗ ਠੀਕ ਕਰੇਗਾ। ਉਹਨੇ ਆਖਿਆ ਵੀ ਨਾਲ ਪਰਹੇਜ਼ ਜ਼ਰੂਰ ਕਰਨਾ ਤੇ ਸੰਯਮ ਦੇ ਨਾਲ ਦਵਾਈ ਖਾਣੀ ਹੈ। ਉਹ ਬੰਦਾ ਹੁਣ ਡਾਕਟਰ ਚੰਗੇ ਕੋਲ ਵੀ ਗਿਆ, ਦਵਾਈ ਵੀ ਚੰਗੀ ਲੈ ਕੇ ਆ ਗਿਆ, ਪਰ ਨਾ ਉਹਨੇ ਪਰਹੇਜ਼ ਰੱਖਿਆ ਤੇ ਨਾ ਸੰਯਮ ਨਾਲ ਦਵਾਈ ਖਾਧੀ, ਤੇ ਉਹਦਾ ਰੋਗ ਮਿਟ ਜਾਏਗਾ। ਪੁੱਛਤ ਤੇ ਵੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਇਵੇਂ ਹੀ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਨ ਕੀ ਫੰਦਾ। ਇਹ ਗੁਰੂ ਵੀ ਵੈਦ ਹੈ ਜੀ। ਗੁਰੂ ਸਾਡੇ ਮਾਨਸਿਕ ਰੋਗ, ਅੰਦਰ ਦੇ ਰੋਗ, ਕਿਹੜੇ ਮਨ ਨੂੰ ਰੋਗ ਚਿੰਬੜੇ ਹੋਏ ਨੇ, ਨਿੰਦਿਆ ਦਾ ਰੋਗ, ਚੁਗਲੀ ਦਾ ਰੋਗ, ਠੱਗੀ ਦਾ ਰੋਗ, ਬੇਈਮਾਨੀ ਦਾ ਰੋਗ, ਈਰਖਾ ਦਵੈਸ਼ ਦਾ ਰੋਗ, ਬੜੇ ਰੋਗ ਚਿੰਬੜੇ ਹੋਏ ਨੇ, ਕਾਮ ਦਾ ਰੋਗ, ਹੰਕਾਰ ਦਾ ਰੋਗ, ਬੜੇ ਰੋਗ ਨੇ ਜੀ ਇਸ ਮਨ ਨੂੰ। ਅਸੀਂ ਤੇ ਤਨ ਦੇ ਰੋਗਾਂ ਦਾ ਹੀ ਰੋਣਾ ਰੋਈ ਤੁਰੇ ਜਾਂਦੇ ਹਾਂ। ਗੁਰੂ ਕੋਲ ਆਉਂਦੇ ਹਾਂ ਤੇ ਤਨ ਦੇ ਰੋਗ ਹੀ ਅੱਗੇ ਰੱਖਦੇ ਹਾਂ। ਅਸੀਂ ਗੁਰੂ ਨੂੰ ਤਨ ਦੇ ਰੋਗ ਠੀਕ ਕਰਨ ਵਾਲਾ ਹੀ ਵੈਦ ਮੰਨਦੇ ਹਾਂ, ਅਸੀਂ ਅੰਦਰ ਦੇ ਮਾਨਸਿਕ ਰੋਗ ਠੀਕ ਕਰਨ ਵਾਲਾ ਵੈਦ ਨਹੀਂ ਮੰਨਦੇ। ਗੁਰੂ ਸਾਡੇ ਅੰਦਰ ਦੇ ਰੋਗ ਠੀਕ ਕਰਦਾ ਹੈ। ਠੀਕ ਹੈ, ਤਨ ਦਾ ਕੋਈ ਰੋਗੀ ਹੈ, ਗੁਰੂ ਦੇ ਕੋਲ ਅਰਦਾਸ ਕਰਨੀ ਹੈ, ਗੁਰੂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਰਹਿਮਤ ਕਰਦਾ ਹੈ, ਪਰ ਇਹ ਵੀ ਤੇ ਅਰਦਾਸ ਕਰ, ਮੇਰੇ ਅੰਦਰੋਂ ਕਾਮ ਦਾ ਰੋਗ ਕੱਟਿਆ ਜਾਏ, ਹੰਕਾਰ ਦਾ ਰੋਗ ਕੱਟਿਆ ਜਾਏ, ਨਿੰਦਿਆ ਚੁਗਲੀ ਦਾ ਰੋਗ, ਈਰਖਾ ਦਵੈਸ਼ ਦਾ, ਬੇਈਮਾਨੀ ਠੱਗੀ ਦਾ ਰੋਗ ਕੱਟਿਆ ਜਾਏ, ਨਫ਼ਰਤ ਦਾ ਰੋਗ ਕੱਟਿਆ ਜਾਏ। ਇਹ ਬੜੇ ਵੱਡੇ ਰੋਗ ਨੇ ਜੀ। ਇਹ ਅਸੀਂ ਗੁਰੂ ਕੋਲ ਪੁੱਛ ਲੈਂਦੇ ਹਾਂ ਰੋਜ਼ਾਨਾ। ਅਸੀਂ ਵੀ ਗੁਰੂ ਦਾ ਸ਼ਬਦ, ਇਹ ਦਵਾਈ
ਨਾ ਸੰਜਮ ਨਾਲ ਵਰਤਦੇ ਹਾਂ ਤੇ ਨਾ ਪਰਹੇਜ਼ ਰੱਖਦੇ ਹਾਂ। ਸਾਨੂੰ ਪਰਹੇਜ਼ ਹੈ ਵੀ ਤੂੰ ਝੂਠ ਨਹੀਂ ਬੋਲਣਾ, ਸਾਨੂੰ ਪਰਹੇਜ਼ ਹੈ ਵੀ ਤੂੰ ਨਿੰਦਿਆ ਚੁਗਲੀ ਨਹੀਂ ਸੁਣਨੀ, ਸਾਨੂੰ ਪਰਹੇਜ਼ ਹੈ ਵੀ ਤੂੰ ਠੱਗੀ ਨਹੀਂ ਮਾਰਨੀ। ਸੀ ਪੜ੍ਹੀ ਦਵਾਈ ਵੀ ਲਈ ਜਾਂਦੇ ਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਅਸੀਂ ਇਹ ਦਵਾਈ ਵੀ ਲਈ ਜਾਂਦੇ ਹਾਂ, ਨਾਲ ਅਸੀਂ ਪਰਹੇਜ਼ ਵੀ ਨਹੀਂ ਰੱਖਦੇ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਪੂਛਤ ਹੈ ਵੈਦ ਖਾਦ ਔਕਤ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈ ਹੈ। ਫਿਰ ਅੱਗੇ ਇੱਕ ਦੁਹਾਗਣ ਰੋਜ਼ਾਨਾ ਸੁਹਾਗਣ ਨੂੰ ਪੁੱਛਦੀ ਏ, ਭੈਣੇ ਜਿਵੇਂ ਤੇਰਾ ਪਤੀ ਤੈਨੂੰ ਪਿਆਰ ਕਰਦਾ ਹੈ, ਮੈਨੂੰ 10 ਜੁਗਤੀਆਂ ਕਿਵੇਂ ਪਤੀ ਨੂੰ ਪ੍ਰਸੰਨ ਕਰੀਦਾ। ਤੇ ਉਸਨੇ ਸਾਰੀਆਂ ਜੁਗਤੀਆਂ ਦੱਸ ਦਿੱਤੀਆਂ। ਪਤੀ ਵਰਤਾ ਇਸਤਰੀ ਵਾਲਾ ਧਰਮ ਨਿਭਾਇਆ ਜਾਂਦਾ ਹੈ, ਆਪਣੇ ਪਤੀ ਤੋਂ ਇਲਾਵਾ ਕਿਸੇ ਦੂਜੇ ਦੀ ਝਾਕ ਰੱਖਣੀ ਛੱਡ ਦਈਦੀ ਹੈ, ਪਤੀ ਦੇ ਹੁਕਮ ਉਹਦੀ ਰਜ਼ਾ ਵਿੱਚ ਪਿਆਰ ਨਾਲ ਚੱਲਣਾ ਪੈਂਦਾ ਹੈ, ਪਤੀ ਨੂੰ ਧੋਖਾ ਨਹੀਂ ਦੇਣਾ। ਸਾਰੇ ਗੁਣ ਉਹਨੇ ਦੱਸ ਦਿੱਤੇ। ਹੁਣ ਰੋਜ਼ਾਨਾ ਪੁੱਛੀ ਜਾਂਦੀ ਹੈ, ਪਰ ਕਰਮ ਜਿਹੜੇ ਦੁਹਾਗਨਾਂ ਵਾਲੇ ਨੇ ਨਾ, ਮਿਰਤੀਆਂ ਵਾਲੀਆਂ, ਦੂਜੇ ਵੱਲ ਝਾਕ ਉਹ ਨਹੀਂ ਛੱਡਦੀ, ਤੇ ਉਹ ਪਤੀਵਰਤਾ ਬਣ ਜਾਏਗੀ ਪੁੱਛ ਕੇ? ਬਿਲਕੁਲ ਨਹੀਂ ਬਣ ਸਕੇਗੀ। ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕਹਿ, ਹਿਰਦੇ ਦੇ ਵਿਚਾਰ ਕਤ ਸੇਜਾ ਬੁਲਾਈਏ। ਹਿਰਦੇ ਵਿੱਚ ਵਿਚਾਰ ਹੈ, ਮਾੜੀਆਂ ਭਾਵਨਾ ਨੇ, ਪੁੱਛਣ ਦੇ ਨਾਲ ਗੱਲ ਨਹੀਂ ਬਣਨੀ, ਸੁਣਨ ਦੇ ਨਾਲ ਗੱਲ ਨਹੀਂ ਬਣਨੀ, ਜਿੰਨਾ ਚਿਰ ਉਹ ਉਹਦੇ ਉੱਤੇ ਪਹਿਰਾ ਦੇ ਕੇ ਤੁਰੇ ਨਹੀਂ। ਹੁਣ 3 ਉਦਾਹਰਣਾਂ ਭਾਈ ਸਾਹਿਬ ਜੀ ਨੇ ਦੁਨੀਆ ਵਿੱਚੋਂ ਦਿੱਤੀਆਂ। ਚੌਥੀ ਉਦਾਹਰਣਾਂ ਦਿੰਦੇ ਨੇ, ਗਾਏ ਸੁਨੇ ਆਖੇ ਮੀਚੇ, ਪਾਈਏ ਨਾ ਪਰਮ ਪਦ ਗੁਰੂ ਉਪਦੇਸ਼, ਜੋ ਲੋ ਨਾ ਕਮਾਈਏ। ਐਵੇਂ ਹੀ ਜੇ ਕੋਈ ਸਿੱਖ ਬਾਣੀ ਪੜ੍ਹ ਰਿਹਾ ਹੈ, ਗਾ ਰਿਹਾ ਹੈ, ਬੜੀ ਮਸਤੀ ਆ ਰਹੀ ਹੈ, ਉਹਨੂੰ ਅੱਖਾਂ ਵੀ ਮਿਟਦੀਆਂ ਪਈਆਂ ਨੇ ਉਹਦੀਆਂ, ਸੁਣ ਵੀ ਰਿਹਾ ਹੈ, ਪਰ ਕਹਿੰਦੇ ਕੇਵਲ ਗਾਣ ਨਾਲ, ਸੁਣਨ ਨਾਲ, ਅੱਖਾਂ ਮੀਟਣ ਦੇ ਨਾਲ, ਸਿਰ ਨੂੰ ਝੁਮਾਉਣ ਦੇ ਨਾਲ, ਕਹਿੰਦੇ ਨੇ ਉੱਚੀ ਆਤਮਿਕ ਅਵਸਥਾ ਨਹੀਂ ਮਿਲਣੀ ਜਿੰਨਾ ਚਿਰ ਗੁਰੂ ਦੇ ਉਪਦੇਸ਼ ਨੂੰ ਨਹੀਂ ਕਮਾਉਂਦਾ। ਗੁਰੂ ਦੇ ਉਪਦੇਸ਼ ਨੂੰ ਕਮਾ ਕਰਕੇ ਜ਼ਿੰਦਗੀ ਸਫਲ ਹੋਣੀ ਹੈ। ਤੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਜ ਕਹਿੰਦੇ, ਮੈਂ ਤੂੰ ਸਦਕੇ ਜਾਣਾ ਵਾਂ, ਕੁਰਬਾਨ ਜਾਣਾ ਵਾਂ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਵਾ, ਗੁਰੂ ਦੇ ਹੁਕਮਾਂ ਤੇ ਪਹਿਰਾ ਦਿੰਦਾ ਵਾ। ਗੁਰੂ ਆਪਣਾ ਰੂਪ ਬਣਾ ਲੈਂਦਾ ਉਹਨੂੰ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਵੀ ਖਾਲਸਾ ਮੇਰਾ ਰੂਪ ਹੋ ਗਿਆ, ਖਾਲਸੇ ਦੇ ਵਿੱਚ ਮੇਰਾ ਵਾਸਾ। ਕਿਵੇਂ ਵਾਸਾ ਹੋ ਗਿਆ? ਖਾਲਸੇ ਦੇ ਮਨ ਵਿੱਚ ਮੇਰੇ ਵਿਚਾਰ, ਮੇਰੀ ਬਾਣੀ, ਮੇਰਾ ਹੁਕਮ, ਮੇਰਾ ਉਪਦੇਸ਼ ਵਸ ਗਿਆ। ਮੇਰੇ ਹੁਕਮ ਦਾ ਵਸਣਾ, ਉਪਦੇਸ਼ ਦਾ ਵਸਣਾ ਹੀ ਮੇਰਾ ਵਸਣਾ ਹੈ। ਗੁਰੂ ਆਪਣਾ ਰੂਪ ਬਣਾ ਲੈਂਦਾ। ਅੱਜ ਸਾਡੇ ਜੀਵਨ ਦੇ ਅੰਦਰ ਵਖਰੇਵਾਂਪਨ ਹੈ। ਜੋ ਸੁੱਖ ਗੁਰੂ ਦੇ ਕੋਲ ਸੀ ਉਹ ਸਾਡੇ ਕੋਲ ਨਹੀਂ, ਜੋ ਜੀਵਨ, ਜੋ ਕਿਰਦਾਰ ਗੁਰੂ ਦਾ ਸੀ ਉਹ ਸਾਡੇ ਕੋਲ ਨਹੀਂ। ਫਿਰ ਮੰਨਣਾ ਪਏਗਾ, ਅਸੀਂ ਗੁਰੂ ਨੂੰ ਆਪਣੇ ਮਨ ਵਿੱਚ ਨਹੀਂ ਵਸਾਇਆ, ਗੁਰੂ ਦਾ ਉਪਦੇਸ਼ ਅਸੀਂ ਨਹੀਂ ਸੁਣਿਆ, ਨਹੀਂ ਮੰਨਿਆ, ਗੁਰੂ ਦੇ ਹੁਕਮਾਂ ਦੇ ਉੱਤੇ ਪਹਿਰਾ ਨਹੀਂ ਆਪਾਂ ਦੇ ਰਹੇ। ਬੜੀਆਂ ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ ਨੇ, ਬੜੇ ਸਮਾਗਮ ਹੋ ਰਹੇ ਨੇ, ਬੜੇ ਕੀਰਤਨ ਦਰਬਾਰ ਹੋ ਰਹੇ ਨੇ, ਪੂਜਾ ਪਾਠ ਦੀ ਕੋਈ ਕਮੀ ਨਹੀਂ ਹੈ। ਕਮੀ ਇੱਥੇ ਆ ਰਹੀ ਹੈ ਵੀ ਅਸੀਂ ਪੜ੍ਹ ਸੁਣ ਕੇ ਉਹਨੂੰ ਜੀਵਨ ਵਿੱਚ ਮੰਨਣ ਵਿੱਚ ਨਹੀਂ ਲਿਆ ਰਹੇ। ਤੇ ਗੁਰੂ ਜੀ ਤੇ ਕਹਿੰਦੇ ਨੇ ਕਿ ਗਾਵੀਏ ਸੁਣੀਏ ਮਨ ਰੱਖੀਏ ਭਾਓ। ਤੇ ਜਿੱਦਣ ਤੂੰ ਗਾਇਆ ਹੋਇਆ ਸੁਣ ਲਵੇਂਗਾ, ਸੁਣਿਆ ਹੋਇਆ ਪਿਆਰ ਨਾਲ ਮਨ ਵਿੱਚ ਵਸਾ ਕਰਕੇ ਜ਼ਿੰਦਗੀ ਜਿਉਣੀ ਆਰੰਭ ਕਰ ਦੇਵੇਂਗਾ, ਫਿਰ ਅਗਲੀ ਤੁਕ ਕਹਿੰਦੇ ਨੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਤੇਰੇ ਦੁੱਖ ਮੈਂ ਖੋਹ ਲਵਾਂਗਾ, ਲੈ ਲਵਾਂਗਾ, ਤੇਰੀ ਝੋਲੀ ਵਿੱਚ ਸੁੱਖ ਪਾ ਦਿਆਂਗਾ। ਪਰ ਗਾ ਕੇ, ਸੁਣ ਕੇ, ਭਾਵਨਾ ਨਾਲ ਉਹਨੂੰ ਮੰਨਣ ਵਿੱਚ ਲਿਆਏਗਾ ਨਾ, ਹੁਕਮੀ ਬੰਦਾ ਬਣ ਕੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ, ਮੰਨੀਏ ਪਾਈਏ, ਸਾਰਾ ਕੁਝ ਮੇਰੇ ਘਰ ਦੇ ਵਿੱਚੋਂ ਪਾ ਲਏਗਾ, ਸੁੱਖ ਪਾ ਲਏਗਾ, ਆਤਮਿਕ ਆਨੰਦ ਪਾ ਲਏਗਾ, ਰੱਬ ਦੀ ਪ੍ਰਾਪਤੀ ਹੋ ਜਾਏਗੀ, ਤੈਨੂੰ ਭਟਕਣਾ ਮਿਟ ਜਾਏਗੀ, ਦੁੱਖ ਕਲੇਸ਼ ਮਿਟ ਜਾਣਗੇ। ਤੇ ਭਾਈ ਸਾਹਿਬ ਜੀ ਐਸੇ ਗੁਰਸਿੱਖ ਤੋਂ ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ। ਹਉ ਤਿਸ ਘੋਲ ਕਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੈ। ਵੀ ਮੈਂ ਉਸ ਸਿੱਖ ਤੋਂ ਵਾਰਨੇ ਜਾਣਾ, ਸਦਕੇ ਜਾਣਾ ਵਾ ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ, ਮੰਨਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਆਪਾਂ ਵੀ ਗੁਰੂ ਦਾ ਇੱਕ ਇੱਕ ਬਚਨ ਸੁਣੀਏ ਤੇ ਇੱਕ ਇੱਕ ਬਚਨ ਤੇ ਪਹਿਰਾ ਦਈਏ। ਇਸ ਬਚਨ ਨੇ, ਇਸ ਹੁਕਮ ਨੇ ਸਾਨੂੰ ਰੱਬ ਦਾ ਰੂਪ ਬਣਾ ਦੇਣਾ,
ਸਾਨੂੰ ਸੋਹਣੇ ਇਨਸਾਨ ਬਣਾ ਦੇਣਾ ਵਾ, ਉੱਚੇ ਸੁੱਚੇ ਕਿਰਦਾਰ ਦੇ ਮਾਲਕ ਬਣਾ ਦੇਣਾ ਵਾ। ਕਿਹਾ ਜਾਂਦਾ ਨਾ, ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮੇਰਾ ਗੁਰੂ, ਉਹਦਾ ਉਪਦੇਸ਼ ਤੈਨੂੰ ਬਹੁਤੀ ਦੇਰ ਨਹੀਂ ਲਾਵੇਗਾ ਦੇਵਤਾ ਬਣਾਉਣ ਲੱਗਿਆ। ਤੂੰ ਬਸ ਮੰਨਣ ਵਿੱਚ ਲੈ ਆ। ਇੱਕ ਸ਼ਬਦ ਸੁਣਦਾ ਏ, ਸੱਜਣ ਠੱਗ ਸੀ, ਠੱਗ ਤੋਂ ਵਾਕਈ ਸੱਜਣ ਸੰਤ ਬਣ ਗਿਆ। ਮੰਨਣ ਵਿੱਚ ਲੈ ਆਂਦਾ ਨਾ ਉਪਦੇਸ਼ ਉਹਨੇ। ਸੋ ਗੁਰੂ ਦਾ ਉਪਦੇਸ਼ ਸੁਣੀਏ ਤੇ ਮੰਨ ਕੇ ਜੀਵਨ ਵਿੱਚ ਉਹਨੂੰ ਤੁਰੀਏ, ਜੀਵਨ ਸਫਲ ਹੋ ਜਾਏਗਾ ਤੇ ਗੁਰੂ ਵੀ ਕੁਰਬਾਨ ਜਾਏਗਾ। ਭਾਈ ਗੁਰਦਾਸ ਜੀ ਵਰਗੀ ਸ਼ਖਸੀਅਤ ਵੀ ਕੁਰਬਾਨ ਜਾਏਗੀ। ਭੁੱਲ ਗਲਤੀ ਦੀ ਖਿਮਾ ਜੀ। ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ। ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ। ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈ।